ਸਿੱਖਿਆ ਪੰਧ ਅਤੇ ਕਿੱਤਾ ਚੋਣ। ਮਨੁੱਖੀ ਜੀਵਨ ਵਿੱਚ ਕਿੱਤਾ ਬਹੁਤ ਅਹਿਮੀਅਤ ਰੱਖਦਾ ਹੈ। ਕਿੱਤਾ ਅਤੇ ਮਨੁੱਖ ਇੱਕ ਦੂਜੇ ਦੇ ਪੂਰਕ ਹਨ। ਕਿੱਤਾ ਕੇਵਲ ਉਪਜੀਵਿਕਾ ਲਈ ਹੀ ਜ਼ਰੂਰੀ ਨਹੀਂ ਹੁੰਦਾ, ਸਗੋਂ ਇਹ ਵਿਅਕਤੀਗਤ ਅਤੇ ਸਮੂਹਿਕ ਵਿਕਾਸ ਦੀ ਜਾਮਨੀ ਵੀ ਲੈਂਦਾ ਹੈ। ਆਪੋ ਆਪਣੇ ਕਿੱਤੇ ਵਿੱਚ ਪ੍ਰਤੀਬੱਧਤਾ ਨਾਲ ਸ਼ਾਮਿਲ ਹੋਣ ਵਾਲੇ ਲੋਕ ਸੋਹਣੇ ਸਮਾਜ ਦੀ ਸਿਰਜਣਾ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਕਿੱਤਾ ਮਨੁੱਖੀ ਜੀਵਨ ਵਿੱਚ ਰਵਾਨੀ ਅਤੇ ਰਿਦਮ ਪੈਦਾ ਕਰਦਾ ਹੈ, ਜਿਉਣ ਦਾ ਮਨੋਰਥ ਬਣਦਾ ਹੈ। ਕਿੱਤੇ ਦੇ ਬਦਲੇ ਮਿਲਦੇ ਪੈਸਿਆਂ ਨਾਲ ਮਨੁੱਖੀ ਲੋੜਾਂ ਦੀ ਪੂਰਤੀ ਹੁੰਦੀ ਹੈ। ਅਜੋਕੇ ਦੌਰ 'ਚ ਜਦੋਂ ਕਿੱਤਾ ਚੁਣਨ ਦੇ ਸੰਬੰਧ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਜਾਣਕਾਰੀ ਹੈ, ਸਲਾਹਕਾਰ ਹਨ, ਗਲਾਕੱਟ ਮੁਕਾਬਲਾ ਹੈ, ਮਾਨਸਿਕ ਤਣਾਅ ਅਤੇ ਦਬਾਅ ਹੈ, ਤਾਂ ਕਿੱਤੇ ਨੂੰ ਮੁੱਖ ਰੱਖ ਕੇ ਸਿੱਖਿਆ ਪੰਧ ਮਿਥਣਾ ਸੌਖਾ ਨਹੀਂ। ਕਿੱਤਿਆਂ ਦੀ ਇਸ ਚਕਾਚੌਂਧ ਵਿੱਚ ਹਰ ਵਿਦਿਆਰਥੀ ਨੂੰ ਆਪਣੇ ਭਵਿੱਖ ਪ੍ਰਤੀ ਸੁਚੇਤ ਅਤੇ ਸੰਜੀਦਾ ਹੋਣਾ ਚਾਹੀਦਾ ਹੈ। ਸੰਜੀਦਗੀ ਨਾਲ ਟੀਚਾ ਮਿੱਥ ਕੇ ਇਹ ਵੀ ਮਿਥਣਾ ਚਾਹੀਦਾ ਹੈ ਕਿ ਹੁਣ ਇਸ ਟੀਚੇ ਦੀ ਪ੍ਰਾਪਤੀ ਕਿਵੇਂ ਸੰਭਵ ਹੋਵੇਗੀ। ਤੁਹਾਨੂੰ ਜਿੱਥੇ ਮਿੱਥੇ ਸਿੱਖਿਆ ਪੰਧ ਦੀਆਂ ਔਕੜਾਂ ਦਾ ਪਤਾ ਹੋਣਾ ਚਾਹੀਦਾ ਹੈ, ਉੱਥੇ ਤੁਹਾਡੀ ਦੂਸਰੀ ਪਹਿਲ ਵੀ ਨਿਰਧਾਰਤ ਹੋਣੀ ਚਾਹੀਦੀ ਹੈ। ਬਹੁਤ ਜ਼ਰੂਰੀ ਹੈ ਕਿ ਬਾਅਦ ਦੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਇਹਨਾਂ ਸਾਰੇ ਸਵਾਲਾਂ ਨੂੰ ਸੰਬੋਧਨ ਹੋਇਆ ਜਾਵੇ। ਕਿੱਤੇ ਲਈ ਅਸਰਅੰਦਾਜ਼ ਹੋਣ ਵਾਲੇ ਸਿੱਖਿਆ ਪੰਧ ਦੀ ਬਿਹਤਰ ਚੋਣ 10ਵੀਂ ਪਾਸ ਕਰਨ ਉਪਰੰਤ ਹੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇੱਥੋਂ ਹੀ ਬਹੁ-ਦਿਸ਼ਾਵੀ ਸਿੱਖਿਆ ਪੰਧ ਸ਼ੁਰੂ ਹੁੰਦਾ ਹੈ। ਬੁਨਿਆਦੀ ਲੋੜ ਵਜੋਂ ਬਹੁਤ ਜ਼ਰੂਰੀ ਹੈ ਕਿ ਸੰਬੰਧਿਤ ਵਿਦਿਆਰਥੀ ਪੜ੍ਹਾਈ ਵਿੱਚ ਕਿਹੋ ਜਿਹਾ ਹੈ, ਉਸ ਦੀਆਂ ਦਿਲਚਸਪੀਆਂ ਅਤੇ ਖੂਬੀਆਂ ਕੀ ਹਨ, ਉਮੀਦਾਂ ਕੀ ਹਨ ਅਤੇ ਉਸ ਦੇ ਖਰਚ ਵਸੀਲੇ ਕਿਹੋ ਜਿਹੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਚੇਰੀ ਸਿੱਖਿਆ ਦੇ ਪੰਧ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਸਹੀ ਚੋਣ ਹੀ ਸਾਬਤ ਕਦਮੀ ਨਾਲ ਸਿੱਖਿਆ ਪੰਧ ਤੈਅ ਕਰਨ, ਮੁਕਾਬਲਿਆਂ ਦੇ ਹਾਣੀ ਬਣਾਉਣ ਅਤੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਦੀ ਹੈ। ਚੁਣੇ ਗਏ ਸਿੱਖਿਆ ਪੰਧ 'ਤੇ ਸਫਲਤਾ ਨਾਲ ਚੱਲਦਿਆਂ ਹਰ ਰੋਜ਼ ਵਿਦਿਆਰਥੀ ਅਤੇ ਰੁਜ਼ਗਾਰ ਵਿਚਲੀ ਦੂਰੀ ਘਟਦੀ ਹੈ। ਸਮਾਜਿਕ ਸਰੋਕਾਰਾਂ ਨਾਲ ਜੋੜਦਾ ਰੁਜ਼ਗਾਰ ਵਿਅਕਤੀ ਵਿਸ਼ੇਸ਼ ਦੀ ਉਪਜੀਵਿਕਾ ਹੁੰਦੀ ਹੈ, ਸਵੈਮਾਨ ਹੁੰਦਾ ਹੈ, ਜਿਸ ਦੌਰਾਨ ਹਰ ਇੱਕ ਨੂੰ ਆਪਣੀ ਯੋਗਤਾ ਸਿੱਧ ਕਰਨ ਅਤੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਹਰ ਵਿਦਿਆਰਥੀ ਸੰਭਾਵਨਾ ਭਰਿਆ ਹੁੰਦਾ ਹੈ। ਯੋਗ ਅਗਵਾਈ ਵਿੱਚ ਪੜ੍ਹਦਿਆਂ ਹੀ ਉਸਦੇ ਉਚੇਰੀ ਸਿੱਖਿਆ ਸੰਬੰਧੀ ਵਿਚਾਰ ਬਣਦੇ ਹਨ। ਉਹ ਟੀਚਾ ਮਿਥਣ ਦੇ ਯੋਗ ਬਣਦਾ ਹੈ। ਇਹ ਤੱਥ ਵੀ ਬੇਹੱਦ ਮਹੱਤਵਪੂਰਨ ਹੈ ਕਿ ਸੰਬੰਧਿਤ ਵਿਦਿਆਰਥੀ ਨੂੰ ਬਚਪਨ ਵਿੱਚ ਕਿਹੋ ਜਿਹਾ ਮਾਹੌਲ ਮਿਲਿਆ, ਮੁੱਢਲੇ ਸਕੂਲ ਵਿੱਚ ਉਸਦੀ ਕਿਸਨੇ ਕਿਵੇਂ ਅਗਵਾਈ ਕੀਤੀ ਅਤੇ ਉਸਦੀ ਸਿਹਤ ਕਿਵੇਂ ਰਹੀ। ਵੱਡੀ ਹੱਦ ਤੱਕ ਬਾਲ ਵਰ੍ਹਿਆਂ ਦਾ ਇਹ ਇਤਿਹਾਸ ਸੰਬੰਧਿਤ ਵਿਦਿਆਰਥੀ ਦੇ ਭਵਿੱਖ ਦਾ ਜਾਮਨ ਬਣਦਾ ਹੈ। ਬਚਪਨ ਪ੍ਰਤੀ ਸਮੂਹ ਵੱਡਿਆਂ ਦੀ ਬਣਦੀ ਜ਼ਿੰਮੇਵਾਰੀ ਤੋਂ ਲੈ ਕੇ ਭਾਵ ਭਵਿੱਖ ਦੇ ਸਿਆਣੇ ਨਾਗਰਿਕਾਂ ਦਾ ਪੂਰ ਤਿਆਰ ਕਰਨਾ ਹੁੰਦਾ ਹੈ। ਬਾਲਪਨ ਅਤੇ ਮੁੱਢਲੇ ਸਕੂਲੀ ਵਰ੍ਹਿਆਂ ਵਿੱਚ ਵਿਦਿਆਰਥੀ ਦੀ ਸੰਭਾਲ ਅਤੇ ਅਗਵਾਈ ਇੱਕ ਅਜਿਹਾ ਕਾਰਜ ਹੈ ਕਿ ਜੇਕਰ ਇਸ ਵਿੱਚ ਕਸਰ ਰਹਿ ਜਾਵੇ ਤਾਂ ਸਮੁੱਚੇ ਜੀਵਨ ਵਿੱਚ ਇਸ ਦੀ ਭਰਪਾਈ ਸੰਭਵ ਨਹੀਂ ਹੁੰਦੀ। ਹਾਸਲ ਹਾਲਾਤਾਂ ਵਿੱਚ ਜਦੋਂ ਕੋਈ ਵਿਦਿਆਰਥੀ ਮੈਟ੍ਰਿਕ ਜਾਂ ਆਪਣੀ ਹਾਸਲ ਸਿੱਖਿਆ ਉਪਰੰਤ ਉਚੇਰੀ ਸਿੱਖਿਆ ਜਾਂ ਕਿੱਤਾ ਮਿਥਣ ਦਾ ਫੈਸਲਾ ਲੈਂਦਾ ਹੈ ਤਾਂ ਚੁੰਦਿਆ ਕੇ ਰਹਿ ਜਾਂਦਾ ਹੈ। ਕੀ ਕਰਾਂ ਕੀ ਨਾ ਕਰਾਂ ਦੇ ਵਿਚਕਾਰ ਫਸ ਕੇ ਰਹਿ ਜਾਂਦਾ ਹੈ। ਪ੍ਰਾਪਤੀਆਂ, ਕਮੀਆਂ, ਸਮੇਂ ਦੀ ਸੰਭਾਲ ਅਤੇ ਲਾਪਰਵਾਹੀ ਆਦਿ ਪ੍ਰਤੀ ਇਹ ਇੱਕ ਆਤਮ ਚਿੰਤਨ ਦਾ ਸਮਾਂ ਵੀ ਹੁੰਦਾ ਹੈ। ਇਸ ਮੌਕੇ 'ਤੇ ਬੀਤੇ 5 ਵਰ੍ਹਿਆਂ ਦੀ ਪੜ੍ਹਾਈ ਦਾ ਲੇਖਾ ਜੋਖਾ ਕਰਨਾ ਜ਼ਰੂਰੀ ਹੁੰਦਾ ਹੈ। ਭਾਵੇਂ ਉਚੇਰੀ ਸਿੱਖਿਆ ਦੀ ਕੋਈ ਸੀਮਾ ਨਹੀਂ ਹੈ, ਪਰ ਸਕੂਲਾਂ, ਕਾਲਜਾਂ, ਕਿੱਤਾ ਮੁਖੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦਾ ਸਾਡਾ ਸਿੱਖਿਆ ਪ੍ਰਬੰਧ ਵੱਖ-ਵੱਖ ਪੜਾਵਾਂ 'ਤੇ ਆਧਾਰਿਤ ਹੈ। ਇੱਕ ਵਿਦਿਆਰਥੀ ਨੂੰ ਸਧਾਰਨ, ਕਿੱਤਾ ਮੁਖੀ ਅਤੇ ਮੁਕਾਬਲਾ ਪ੍ਰੀਖਿਆਵਾਂ ਦੇ ਸਿੱਖਿਆ ਪੰਧ ਵਿੱਚੋਂ ਕੋਈ ਇੱਕ ਫੈਸਲਾ ਲੈਣਾ ਹੁੰਦਾ ਹੈ। ਫੈਸਲੇ ਉਪਰੰਤ ਪ੍ਰਾਪਤੀਆਂ ਸੰਜੀਦਗੀ ਅਤੇ ਸਖਤ ਸਾੜਨਾ ਦੀ ਮੰਗ ਕਰਦੀਆਂ ਹਨ। ਸਧਾਰਨ ਕਿਸਮ ਦੇ ਕਿੱਤਾ ਮੁਖੀ ਕੋਰਸ 8ਵੀਂ ਜਮਾਤ ਉਪਰੰਤ ਸ਼ੁਰੂ ਹੋ ਜਾਂਦੇ ਹਨ, ਜਦੋਂ ਕਿ 10ਵੀਂ, 12ਵੀਂ ਜਾਂ ਕਾਲਜ ਸਿੱਖਿਆ ਦੌਰਾਨ ਵੀ ਇਹਨਾਂ ਨੂੰ ਅਪਣਾਉਣ ਦੇ ਮੌਕੇ ਮਿਲਦੇ ਹਨ। ਇਸ ਤਰ੍ਹਾਂ ਉਚੇਰੀ ਸਿੱਖਿਆ ਦਾ ਪੰਧ ਵਿਅਕਤੀਗਤ ਬੁੱਧੀ ਅਤੇ ਮਿਲੇ ਮੌਕਿਆਂ ਦੀ ਸੁਚੱਜੀ ਵਰਤੋਂ 'ਤੇ ਨਿਰਭਰ ਕਰਦਾ ਹੈ। ਕਿੱਤਾ ਮੁਖੀ ਸਿੱਖਿਆ ਪੰਧ ਸੰਬੰਧਤ ਨੂੰ ਦਿਲਚਸਪੀ ਅਧੀਨ ਵਿਸ਼ੇ ਦਾ ਗਿਆਨ ਦਿੰਦਾ ਹੈ, ਹੱਥੀਂ ਕੰਮ ਕਰਨ ਦਾ ਹੁਨਰ ਅਤੇ ਮੁਹਾਰਤ ਸਿਖਾਉਂਦਾ ਹੈ। ਆਮ ਤੌਰ 'ਤੇ ਅਸੀਂ ਕਿਸੇ ਵੀ ਵਿਦਿਆਰਥੀ ਬਾਰੇ ਬਾਹਰੋਂ ਵੇਖ ਕੇ ਹੀ ਇੱਕ ਮਾਤਰ ਪ੍ਰਭਾਵ ਬਣਾ ਲੈਂਦੇ ਹਾਂ ਕਿ ਉਹ ਸ਼ਰਮੀਲਾ ਹੈ, ਸਿਹਤਮੰਦ ਹੈ, ਨਿਮਰ, ਵਧੀਆ, ਆਗਿਆਕਾਰ ਆਦਿ ਹੈ।
ਇਹਨਾਂ ਬਾਹਰੀ ਪ੍ਰਭਾਵਾਂ ਨਾਲ ਅਸੀਂ ਵਿਦਿਆਰਥੀ ਦੇ ਸਮੁੱਚੇ ਵਿਅਕਤੀਤਵ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ, ਕਿਉਂਕਿ ਵਿਅਕਤੀਤਵ ਇੱਕ ਗੁੰਝਲਦਾਰ ਮਾਨਸਿਕ ਵਰਤਾਰਾ ਹੁੰਦਾ ਹੈ। ਉਂਝ ਬਾਹਰੀ ਪ੍ਰਭਾਵ ਅਤੇ ਸਲੀਕਾ ਸੰਬੰਧਿਤ ਵਿਦਿਆਰਥੀ ਨੂੰ ਸਮਝਣ ਵਿੱਚ ਸਹਾਈ ਹੁੰਦੇ ਹਨ। ਵਿਅਕਤੀਤਵ ਭਿੰਨ ਤਰ੍ਹਾਂ ਦਾ ਤੇ ਬਹੁਪਰਤੀ ਹੁੰਦਾ ਹੈ। ਇਹ ਹਮੇਸ਼ਾ ਠੀਕ ਰਹਿੰਦਾ ਹੈ ਕਿ ਕਿੱਤਾ ਸਿੱਖਿਆਪਨ ਦੀ ਚੋਣ ਵਿਦਿਆਰਥੀ ਦੀ ਦਿਲਚਸਪੀ ਅਨੁਸਾਰ ਹੋਵੇ। ਇਹ ਵੀ ਬਿਹਤਰ ਰਹਿੰਦਾ ਹੈ 5ਵੀਂ 6ਵੀਂ ਜਮਾਤ ਦੌਰਾਨ ਵਿਦਿਆਰਥੀ ਦੀ ਰੁਚੀ ਨੋਟ ਕਰਕੇ ਅਗਲੀ ਸਿੱਖਿਆ 'ਚ ਉਸ ਦੀ ਰੁਚੀ ਨੂੰ ਹੋਰ ਵਿਕਸਿਤ ਹੋਣ ਦੇ ਮੌਕੇ ਦਿੱਤੇ ਜਾਣ। ਕਿੱਤਾ ਚੋਣ ਵਿੱਚ ਅਗਵਾਈ ਕਰਨ ਤੋਂ ਪਹਿਲਾਂ ਹੇਠ ਲਿਖੇ ਅਨੁਸਾਰ ਸੰਬੰਧਿਤ ਵਿਦਿਆਰਥੀ ਦੀਆਂ ਕਰਤਾਰੀ ਰੁਚੀਆਂ ਨੋਟ ਕਰ ਲੈਣੀਆਂ ਚਾਹੀਦੀਆਂ ਹਨ। ਰਸਮੀ ਵਿਅਕਤੀਤਵ ਇਹ ਅਜਿਹਾ ਵਿਅਕਤੀਤਵ ਹੁੰਦਾ ਹੈ ਜਿਹੜਾ ਚਲੰਤ ਪ੍ਰਣਾਲੀ ਜਿਵੇਂ ਬੈਂਕਾਂ, ਵਿੱਤੀ ਅਦਾਰਿਆਂ, ਬੀਮਾ ਕੰਪਨੀਆਂ, ਸਿੱਖਿਆ, ਪ੍ਰਸ਼ਾਸਨਿਕ ਪ੍ਰਣਾਲੀ ਆਦਿ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਸਕਦਾ ਹੈ। ਕਲਾਤਮਿਕ ਵਿਅਕਤੀਤਵ ਇਹ ਅਜਿਹਾ ਵਿਅਕਤੀਤਵ ਹੁੰਦਾ ਹੈ ਜਿਹੜਾ ਅਨੁਭਵੀ ਹੁੰਦਾ ਹੈ, ਕੁਦਰਤੀ ਨਜ਼ਾਰਿਆਂ ਵਿੱਚ ਵਧੇਰੇ ਦਿਲਚਸਪੀ ਲੈਂਦਾ ਹੈ, ਕੁਝ ਨਾ ਕੁਝ ਸਿਰਜਣ ਲਈ ਮਚਲਦਾ ਰਹਿੰਦਾ ਹੈ ਅਤੇ ਦੂਸਰਿਆਂ ਦੀ ਸਿਰਜਣਾ ਦਾ ਪ੍ਰਸ਼ੰਸਕ ਹੁੰਦਾ ਹੈ। ਅਜਿਹੀਆਂ ਰੁਚੀਆਂ ਵਾਲੇ ਵਿਦਿਆਰਥੀਆਂ ਨੂੰ ਸੰਗੀਤ, ਡਰਾਇੰਗ, ਸਾਹਿਤਕਾਰ, ਅਦਾਕਾਰ ਆਦਿ ਬਣਨ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ। ਉਦਮੀ ਸਾਹਸੀ ਵਿਅਕਤੀਤਵ ਇਹ ਇੱਕ ਅਜਿਹਾ ਵਿਅਕਤੀਤਵ ਹੁੰਦਾ ਹੈ ਜਿਹੜਾ ਯੋਗ ਅਗਵਾਈ ਵਿੱਚ ਸਾਧਨਾ ਕਰਦਾ ਹੋਇਆ ਰੁਤਬਾ ਪ੍ਰਾਪਤ ਕਰਨ ਦੇ ਸਮਰੱਥ ਹੁੰਦਾ ਹੈ, ਜਿਹੜਾ ਆਪਣੀ ਲਿਆਕਤ ਨਾਲ ਦੂਸਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਵਿਅਕਤੀਤਵ ਦੀ ਬਦੌਲਤ ਵਿਦਿਆਰਥੀ ਅੱਗੇ ਜਾ ਕੇ IAS, IFS, PCS ਆਦਿ ਜਿਹੇ ਪ੍ਰਬੰਧਕੀ ਅਹੁਦੇ ਪ੍ਰਾਪਤ ਕਰਦੇ ਹਨ, ਜੋ ਵਿਦੇਸ਼ਾਂ ਵਿੱਚ ਸਫੀਰ, ਡਿਪਟੀ ਕਮਿਸ਼ਨਰ, ਵਕੀਲ, ਜੱਜ, ਵੱਖ-ਵੱਖ ਅਦਾਰਿਆਂ ਦੇ ਪ੍ਰਬੰਧਕੀ ਅਫਸਰ ਆਦਿ ਬਣਦੇ ਹਨ। ਸਮਾਜਿਕ ਵਿਅਕਤੀਤਵ ਇਹ ਜਗਿਆਸੂ ਕਿਸਮ ਦਾ ਵਿਅਕਤੀਤਵ ਹੁੰਦਾ ਹੈ ਜਿਹੜਾ ਸਮਾਜ ਦੇ ਕੁਦਰਤੀ, ਗੈਰ ਕੁਦਰਤੀ ਨਜ਼ਾਰਿਆਂ ਤੇ ਅਤੇ ਕੌਮੀ ਕੌਮਾਂਤਰੀ ਘਟਨਾਵਾਂ ਤੇ ਨਜ਼ਰ ਰੱਖਦਾ ਹੈ, ਜਾਣਕਾਰੀ ਹਾਸਲ ਕਰਦਾ ਹੈ ਅਤੇ ਵਧੇਰੇ ਪਰਪੱਕਤਾ ਲਈ ਵਾਦ ਵਿਵਾਦ 'ਚ ਪੈਂਦਾ ਹੈ। ਅਖਬਾਰਾਂ ਦੇ ਸੰਪਾਦਕ, ਪ੍ਰਤੀਨਿਧ ਅਤੇ TV ਮਾਧਿਅਮ ਦਾ ਤੇਜ਼ ਤਰਾਰ ਅਮਲਾ ਇਸ ਵਿਅਕਤੀਤਵ ਅਧੀਨ ਆਉਂਦਾ ਹੈ। ਖੋਜੀ ਵਿਅਕਤੀਤਵ ਇਹ ਅਜਿਹਾ ਵਿਅਕਤੀਤਵ ਹੁੰਦਾ ਹੈ ਜਿਹੜਾ ਸੰਜੀਦਗੀ ਨਾਲ ਸੋਚਣ ਅਤੇ ਸਮਝਣ ਵਾਲਾ ਹੁੰਦਾ ਹੈ, ਆਪਣੇ ਵਿਸ਼ੇ ਵਿੱਚ ਜਨੂੰਨ ਹੱਦ ਤੱਕ ਖੁੱਭਦਾ ਹੈ। ਮਿਲਦੇ ਮੌਕਿਆਂ ਦੀ ਬਦੌਲਤ ਸੰਬੰਧਿਤ ਵਿਦਿਆਰਥੀ ਵਿਸ਼ੇ ਦਾ ਵਿਗਿਆਨੀ ਬਣਦਾ ਹੈ। ਮਸ਼ੀਨੀ ਵਿਅਕਤੀਤਵ ਇਹ ਅਜਿਹਾ ਉਦਮੀ ਵਿਅਕਤੀਤਵ ਹੁੰਦਾ ਹੈ ਜਿਹੜਾ ਹੱਥੀਂ ਕੰਮ ਕਰਨ ਵਿੱਚ ਦਿਲਚਸਪੀ ਰੱਖਦਾ ਹੈ, ਹੁਨਰਮੰਦ ਬਣਦਾ ਹੈ, ਆਪਣੀ ਕਾਬਲੀਅਤ ਜਚਾਉਂਦਾ ਹੈ, ਉਸ ਵਿੱਚ ਦੂਸਰਿਆਂ ਨਾਲ ਮਿਲ ਕੇ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਅਜਿਹਾ ਵਿਅਕਤੀਤਵ ਮੈਡੀਕਲ, ਇੰਜੀਨੀਅਰਿੰਗ ਵਿਸ਼ਿਆਂ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ। ਅਸੀਂ ਸਮਾਜ ਵਿੱਚ ਜੋ ਭਿੰਨ ਪ੍ਰਕਾਰ ਦੀ ਮਨੁੱਖੀ ਸ਼ਕਤੀ ਵੇਖਦੇ ਹਾਂ, ਹਰ ਵਿਦਿਆਰਥੀ ਵਿੱਚ ਇਹ ਸ਼ਕਤੀ ਦਾ ਹਿੱਸਾ ਬਣਨ ਦੀ ਸਮਰੱਥਾ ਹੁੰਦੀ ਹੈ। ਭਾਵੇਂ ਕਿ ਵਿਵਸਥਾ ਅਜਿਹੀ ਹੋਣੀ ਚਾਹੀਦੀ ਹੈ ਕਿ ਸਭ ਨੂੰ ਸਿੱਖਿਆ ਦੇ ਇਕਸਾਰ ਮੌਕੇ ਮਿਲਣ। ਪ੍ਰਬੰਧਕੀ ਪੱਧਰ ਤੇ ਸਕੂਲ ਸਿੱਖਿਆ ਦੌਰਾਨ ਹੀ ਵਿਦਿਆਰਥੀ ਦੀਆਂ ਕਰਤਾਰੀ ਰੁਚੀਆਂ ਨੋਟ ਕੀਤੀਆਂ ਜਾਣ ਅਤੇ ਉਚੇਰੀ ਸਿੱਖਿਆ ਦੌਰਾਨ ਉਹਨਾਂ ਨੂੰ ਵਿਕਸਿਤ ਹੋਣ ਦਾ ਹਰ ਮੌਕਾ ਦਿੱਤਾ ਜਾਵੇ। ਪਰ ਹਾਸਲ ਵਿਵਸਥਾ ਵਿੱਚ ਵਿਦਿਆਰਥੀ ਜਗਤ ਪ੍ਰਤੀ ਬਣਦੀ ਜ਼ਿੰਮੇਵਾਰੀ ਦੀ ਅਣਹੋਂਦ ਕਾਰਨ ਮਾਪਿਆਂ, ਅਧਿਆਪਕਾਂ ਅਤੇ ਸਾਰੇ ਵਿਦਿਅਕ ਚਿੰਤਕਾਂ ਨੂੰ ਚਾਹੀਦਾ ਹੈ ਕਿ ਉਹ ਸੰਭਾਵਨਾ ਭਰੇ ਅਤੇ ਭਵਿੱਖ ਦੇ ਸਾਹ ਸਵਾਰ ਵਿਦਿਆਰਥੀਆਂ ਦੀ ਯੋਗ ਅਗਵਾਈ ਕਰਨ। ਧੰਨਵਾਦ।